ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਸਟੱਡੀ ਹੱਬ ਦੇ ਉੱਪਰ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਰਵੀ ਸਰ। ਅੱਜ ਅਸੀਂ ਗੱਲ ਕਰਾਂਗੇ ਪਾਰਟ 3 ਦੇ ਬਾਰੇ। ਪਾਰਟ 3 ਸਾਇੰਸ ਦਾ ਬੇਸਿਕ ਸਾਇੰਸ ਦੇ ਵਿੱਚ ਪਾਰਟ 3। ਇਸ ਦੇ ਵਿੱਚ ਅਸੀਂ ਵੇਖਾਂਗੇ, ਬਹੁਤ ਹੀ ਇੰਪੋਰਟੈਂਟ ਅੱਜ ਦਾ ਲੈਕਚਰ ਹੈ। ਇਹਦੇ ਵਿੱਚ ਅਸੀਂ ਵੇਖਾਂਗੇ ਕਿ ਕੱਲ੍ਹ ਅਸੀਂ ਜਿਹੜਾ ਸੈਕਿੰਡ ਪਾਰਟ ਸੀ ਨਾ, ਉਹਦੇ ਵਿੱਚ ਆਪਾਂ ਕੀ ਵੇਖਿਆ ਸੀਗਾ। ਉਹਦੇ ਵਿੱਚ ਵੇਖਿਆ ਸੀਗਾ ਵੀ ਸੋਲਿਡ ਕੀ ਚੀਜ਼ ਹੈ, ਲਿਕੁਇਡ ਕੀ ਚੀਜ਼ ਹੈ, ਗੈਸ ਕੀ ਚੀਜ਼ ਹੈ, ਅਤੇ ਉਹਨਾਂ ਦੇ ਉੱਪਰ ਟੈਂਪਰੇਚਰ ਦਾ ਕੀ ਫ਼ਰਕ ਪੈਂਦਾ ਹੈ, ਅਤੇ ਅੱਜ ਦੇਖਾਂਗੇ ਪ੍ਰੈਸ਼ਰ ਦਾ ਵੀ ਕੀ ਫ਼ਰਕ ਪੈਂਦਾ ਹੈ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਬੋਇਲਿੰਗ ਪੁਆਇੰਟ ਵੇਖਿਆ ਸੀ। ਬੋਇਲਿੰਗ ਪੁਆਇੰਟ ਕਿਹੜਾ ਹੁੰਦਾ, ਉਹਦੇ ਵਿੱਚ ਆਪਾਂ ਵੇਖਿਆ ਸੀ ਮੈਲਟਿੰਗ ਪੁਆਇੰਟ ਕਿਹੜਾ ਹੁੰਦਾ। ਉਹ ਚੀਜ਼ਾਂ ਆਪਾਂ ਕੱਲ੍ਹ ਪੜ੍ਹੀਆਂ ਸੀ। ਉਸ ਤੋਂ ਬਾਅਦ ਆਪਾਂ ਕੋਈ ਚੀਜ਼ ਨੂੰ ਜਦੋਂ ਆਪਾਂ ਗਰਮ ਕਰਦੇ ਹਾਂ ਉਹਨੂੰ ਕਹਿੰਦੇ ਹਾਂ ਹੀਟ ਕਰਨਾ। ਹੀਟ ਕਰਨ ਦੇ ਨਾਲ ਟੈਂਪਰੇਚਰ ਦਿੰਦੇ ਹਾਂ ਜਦੋਂ, ਤਾਂ ਉਦੋਂ ਕੀ ਹੁੰਦਾ ਜੀ, ਇੱਕ ਹੁੰਦੀ ਹੈ ਸਪੈਸੀਫਿਕ ਹੀਟ ਜਿਹੜੀ ਆਪਾਂ ਕਹੀ ਸੀ ਕੱਲ੍ਹ, ਸਟੈਂਡਰਡ ਹੀਟ ਹੁੰਦੀ ਹੈ। ਇੱਕ ਹੁੰਦੀ ਹੈ ਲੇਟੈਂਟ ਹੀਟ, ਜਿਹਦੇ ਐਗਜ਼ਾਮਪਲ ਆਪਾਂ ਕੀਤੀਆਂ ਸੀ ਕਿ ਆਪਾਂ ਕਿਵੇਂ ਪਰਸਨ ਦੇ ਉੱਪਰ ਗਰਮ ਪਾਣੀ ਜਾਂ ਭਾਫ਼ ਦੇ ਨਾਲ ਕਿਹਦੇ ਨਾਲ ਜ਼ਿਆਦਾ ਨੁਕਸਾਨ ਹੁੰਦਾ, ਉਹ ਆਪਾਂ ਕੱਲ੍ਹ ਵੇਖਿਆ ਸੀ। ਤਾਂ ਕੱਲ੍ਹ ਦਾ ਲੈਕਚਰ ਬੜਾ ਇੰਪੋਰਟੈਂਟ ਹੈ, ਪਲੀਜ਼ ਜ਼ਰੂਰ ਵੇਖ ਲੈਣਾ। ਇਹ ਲੈਕਚਰ ਉਦੋਂ ਹੀ ਸਮਝ ਆਊਗਾ ਤੁਹਾਨੂੰ, ਕਿਉਂਕਿ ਇਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਇੱਕ ਦੂਜੇ ਪਰਿਵਰਤਨ ਹੀ ਵੇਖਾਂਗੇ ਵੀ ਕਿਵੇਂ ਆਪਾਂ ਚੇਂਜ ਕਰਨਾ ਇੱਕ ਦੂਜੇ ਨੂੰ, ਠੋਸ ਨੂੰ ਲਿਕੁਇਡ ਦੇ ਵਿੱਚ, ਲਿਕੁਇਡ ਨੂੰ ਗੈਸ ਦੇ ਵਿੱਚ। ਇਹ ਤਾਂ ਹੀ ਸਮਝ ਆਊਗਾ ਜੇ ਤੁਹਾਨੂੰ ਉਹ ਚੀਜ਼ਾਂ ਪਤਾ ਨਹੀਂ। ਠੀਕ ਹੈ ਜੀ। ਅਤੇ ਮੈਂ ਇੱਥੇ ਤੁਹਾਨੂੰ ਕਹੀ ਜਾਊਂਗਾ ਮੈਲਟਿੰਗ ਪੁਆਇੰਟ 'ਤੇ ਹੁੰਦਾ, ਉੱਥੇ ਇਹਦੇ 'ਤੇ ਹੁੰਦਾ, ਅਤੇ ਤੁਹਾਨੂੰ ਇੱਥੇ ਸਮਝ ਨਹੀਂ ਆਉਣਾ, ਫਿਰ ਤੁਹਾਨੂੰ ਲੈਕਚਰ ਬੋਰ ਵੀ ਲੱਗੂਗਾ ਸੀ। ਇਸ ਤੋਂ ਜਾ ਕੇ ਤੁਸੀਂ 2 ਨੰਬਰ ਲੈਕਚਰ ਜ਼ਰੂਰ ਵੇਖ ਲਓ ਸਾਇੰਸ ਦਾ ਬੇਸਿਕ ਵਾਲਾ। ਠੀਕ ਹੈ ਜੀ। ਹੁਣ ਦੇਖੋ ਜੀ, ਆਹ ਜਿਹੜੀ ਡਾਇਗਰਾਮ ਹੈ ਨਾ, ਇਹ ਬਹੁਤ ਇੰਪੋਰਟੈਂਟ ਡਾਇਗਰਾਮ ਹੈ। ਇਹਦੇ ਵਿੱਚ ਕੀ ਦੱਸਿਆ ਗਿਆ, ਦੇਖੋ ਜਦੋਂ ਆਪਾਂ ਕਿਸੇ ਚੀਜ਼ ਨੂੰ ਤਾਪ ਦਿੰਦੇ ਹਾਂ, ਤਾਪ ਦਾ ਮਤਲਬ ਹੁੰਦਾ ਟੈਂਪਰੇਚਰ ਵਧਾਉਣਾ। ਜਦੋਂ ਆਪਾਂ ਕੀ ਕਰਦੇ ਹਾਂ, ਟੈਂਪਰੇਚਰ ਵਧਾਉਂਦੇ ਹਾਂ ਠੋਸ ਦਾ, ਕਿਸੇ ਸੋਲਿਡ ਦਾ, ਤਾਂ ਉਹ ਕੀ ਹੁੰਦਾ, ਦਰਵ ਦੇ ਵਿੱਚ ਚੇਂਜ ਹੋ ਜਾਂਦਾ। ਦਰਵ ਦੇ ਵਿੱਚ ਮਤਲਬ ਲਿਕੁਇਡ ਫਾਰਮ ਦੇ ਵਿੱਚ ਚੇਂਜ ਹੋ ਜਾਂਦਾ। ਅਤੇ ਲਿਕੁਇਡ ਨੂੰ ਫਿਰ ਆਪਾਂ ਟੈਂਪਰੇਚਰ ਵਧਾਉਂਦੇ ਹਾਂ ਤਾਂ ਉਹ ਗੈਸ ਫਾਰਮ ਦੇ ਵਿੱਚ ਚੇਂਜ ਹੋ ਜਾਂਦਾ। ਅਤੇ ਜਦੋਂ ਗੈਸ ਨੂੰ ਆਪਾਂ ਠੰਡਾ ਕਰਦੇ ਹਾਂ ਤਾਂ ਉਹ ਦਰਵ ਲਿਕੁਇਡ ਦੇ ਵਿੱਚ ਆ ਜਾਂਦੀ ਹੈ। ਲਿਕੁਇਡ ਨੂੰ ਆਪਾਂ ਫਿਰ ਠੰਡਾ ਕਰਦੇ ਹਾਂ ਤਾਂ ਉਹ ਠੋਸ ਬਣ ਜਾਂਦਾ, ਸੋਲਿਡ ਬਣ ਜਾਂਦਾ। ਇਹ ਸਾਰਿਆਂ ਨੂੰ ਨਾ ਨਾਮ ਦਿੱਤੇ ਨੇ, ਮਤਲਬ 4 ਪ੍ਰੋਸੈਸ ਬਣ ਗਏ ਤੁਹਾਡੇ। ਠੀਕ ਹੈ ਜੀ। 4 ਪ੍ਰੋਸੈਸ ਤਾਂ ਇਹ ਬਣ ਗਏ ਕਿ ਜਦੋਂ ਠੋਸ ਨੂੰ ਆਪਾਂ ਲਿਕੁਇਡ ਦੇ ਵਿੱਚ, ਮਤਲਬ ਸੋਲਿਡ ਨੂੰ ਲਿਕੁਇਡ ਦੇ ਵਿੱਚ ਚੇਂਜ ਕਰਦੇ ਹਾਂ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ। ਅਤੇ ਲਿਕੁਇਡ ਨੂੰ ਆਪਾਂ ਜਦੋਂ ਗੈਸ ਦੇ ਵਿੱਚ ਚੇਂਜ ਕਰਦੇ ਹਾਂ, ਉਸ ਪ੍ਰੋਸੈਸ ਨੂੰ ਕੀ ਕਹਿੰਦੇ ਹਾਂ। ਗੈਸ ਨੂੰ ਆਪਾਂ ਲਿਕੁਇਡ ਦੇ ਵਿੱਚ ਲੈ ਕੇ ਆਉਣਾ, ਉਹਨੂੰ ਕੀ ਕਹਿੰਦੇ ਹਾਂ। ਅਤੇ ਠੋਸ ਨੂੰ ਆਪਾਂ ਕੀ ਕਹਿੰਦੇ ਹਾਂ। ਇਹ 4 ਇਹ ਹੋ ਗਏ। ਸਿੱਧਾ ਗੈਸ ਤੋਂ, ਜੇ ਮੰਨ ਲਓ ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਕਿ ਠੋਸ ਤੋਂ ਬਾਅਦ ਲਿਕੁਇਡ ਸਟੇਜ ਆਉਂਦੀ ਹੈ, ਲਿਕੁਇਡ ਤੋਂ ਬਾਅਦ ਹੀ ਗੈਸ ਬਣਦੀ ਹੈ। ਪਰ ਕਈ ਚੀਜ਼ਾਂ ਐਸੀਆਂ ਸਾਡੀ ਧਰਤੀ 'ਤੇ ਮੌਜੂਦ ਨੇ ਜਿਹਦੀਆਂ ਕੀ ਹੁੰਦੀਆਂ ਨੇ, ਠੋਸ ਤੋਂ ਸਿੱਧਾ ਹੀ ਗੈਸ ਬਣ ਜਾਂਦੀਆਂ, ਲਿਕੁਇਡ ਸਟੇਜ ਹੀ ਨਹੀਂ ਆਉਂਦੀ। ਤਾਂ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ, ਕਿ ਗੈਸ ਤੋਂ ਸਿੱਧਾ ਹੀ ਸੋਲਿਡ ਬਣ ਜੇ, ਤਾਂ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ। ਇਹ ਸਾਰਾ ਚੀਜ਼ਾਂ ਇਸ ਲੈਕਚਰ ਦੇ ਵਿੱਚ ਆਪਾਂ ਡਿਫਾਈਨ ਕਰਾਂਗੇ। ਤਾਂ ਸੋ ਜਿਹੜੇ ਸਟੂਡੈਂਟ ਅੱਜ ਇਸ ਵੀਡੀਓ ਨੂੰ ਵੇਖ ਰਹੇ ਆ, ਤਾਂ ਪਹਿਲਾਂ ਜ਼ਰੂਰ ਉਸ ਵੀਡੀਓ ਨੂੰ ਵੇਖ ਲੈਣਾ। ਅਤੇ ਵਟਸਐਪ ਗਰੁੱਪ ਦੇ ਵਿੱਚ ਤੁਸੀਂ ਐਡ ਹੋ ਸਕਦੇ ਹੋ। ਸਾਡਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ, ਉਸ ਗਰੁੱਪ ਦੇ ਵਿੱਚ ਜੁਆਇਨ ਹੋ ਸਕਦੇ ਹੋ। ਸਾਰੀ PDF ਜਿਹੜਾ ਇੰਪੋਰਟੈਂਟ ਮਟੀਰੀਅਲ ਤੁਹਾਨੂੰ ਉੱਥੇ ਪ੍ਰੋਵਾਈਡ ਕੀਤਾ ਜਾਂਦਾ ਹੈ, ਤਾਂ ਤੁਸੀਂ ਉੱਥੇ ਵੀ ਜੋੜ ਸਕਦੇ ਹੋ। ਠੀਕ ਹੈ ਜੀ। ਹੁਣ ਕਹਿੰਦੇ ਕੀ ਨੇ ਜੀ, ਇੱਥੇ ਸਮਝ ਲਓ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਤਾਪਮਾਨ ਬਦਲਣ ਦੇ ਨਾਲ ਪਦਾਰਥ ਨੂੰ ਇੱਕ ਅਵਸਥਾ ਤੋਂ ਦੂਜੀ ਅਵਸਥਾ ਦੇ ਵਿੱਚ ਬਦਲ ਸਕਦੇ ਹਾਂ। ਅਤੇ ਅਸੀਂ ਸਿੱਖਿਆ ਵੀ ਹੈ ਕਿ ਗਰਮ ਕਰਨ ਦੇ ਨਾਲ ਪਦਾਰਥ ਦੀ ਅਵਸਥਾ ਬਦਲ ਜਾਂਦੀ ਹੈ, ਅਤੇ ਗਰਮ ਹੋਣ ਦੇ ਹੀ ਠੋਸ ਦਰਵ ਦੇ ਵਿੱਚ, ਦਰਵ ਗੈਸ ਦੇ ਵਿੱਚ। ਅਤੇ ਕੁਝ ਅਜਿਹੇ ਪਦਾਰਥ ਵੀ ਹਨ ਜਿਹੜੇ ਦਰਵ ਅਵਸਥਾ ਤੋਂ ਪਰਿਵਰਤਿਤ ਹੋਏ ਸਿੱਧਾ ਠੋਸ ਤੋਂ ਗੈਸ ਦੇ ਵਿੱਚ ਬਦਲ ਜਾਂਦੇ ਨੇ। ਅਤੇ ਇਸ ਤਰ੍ਹਾਂ ਦੇ ਵੀ ਪਦਾਰਥ ਹੈਗੇ ਨੇ, ਅਤੇ ਇਹ ਤੁਸੀਂ ਯਾਦ ਰੱਖਣੇ। ਇਹੀ ਚੀਜ਼ ਆਪਾਂ ਅੱਜ ਸਿੱਖਣੀ ਹੈ। ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਇਹਦੇ ਬਾਰੇ ਹੀ ਦੱਸਦਾ। 2 ਪਦਾਰਥ ਦਾ ਸਿੰਪਲ ਜਿਹਾ ਹਿਸਾਬ ਲਾ ਲਓ। ਇਹ ਜਿਹੜਾ ਪੁਆਇੰਟ ਹੈ ਨਾ, ਮੈਂ ਤੁਹਾਨੂੰ ਕਪੂਰ ਵਾਲਾ, ਕਪੂਰ ਦੀ ਟਿੱਕੀਆਂ ਤੁਸੀਂ ਘਰੇ, ਜਿਹਨੂੰ ਆਪਾਂ ਅਮੋਨੀਅਮ ਕਲੋਰਾਈਡ ਕਹਿ ਦਿੰਦੇ ਹਾਂ, ਕਪੂਰ ਦੀ ਟਿੱਕੀਆਂ ਘਰੇ ਵੇਖੀਆਂ ਹੋਣਗੀਆਂ। ਅਤੇ ਇੱਕ ਤੁਸੀਂ ਉਹ ਵੇਖਿਆ ਹੋਣਾ, ਜਿਹੜੀਆਂ ਫਿਨਾਇਲ ਦੀਆਂ ਗੋਲੀਆਂ ਵੀ ਵੇਖੀਆਂ ਹੋਣਗੀਆਂ, ਉਹ ਵੀ ਚੀਜ਼ ਹੁੰਦੀ ਹੈ ਸਾਡੇ ਕੋਲ। ਠੀਕ ਹੈ। ਉਹ ਸਾਡੀ ਐਗਜ਼ਾਮਪਲਾਂ ਮੈਂ ਤੁਹਾਨੂੰ ਇੱਥੇ ਬਾਅਦ 'ਚ ਦਊਂਗਾ। ਪਹਿਲਾਂ ਆਪਾਂ ਪ੍ਰੋਸੈਸ ਵੇਖਦੇ ਹਾਂ ਵੀ ਕਿਹੜੇ ਕਿਹੜੇ ਹੁੰਦੇ ਨੇ। ਠੀਕ ਹੈ ਜੀ। ਦੇਖੋ, ਸਭ ਤੋਂ ਪਹਿਲਾਂ ਪ੍ਰੈਸ਼ਰ ਦਾ ਫ਼ਰਕ ਵੇਖ ਲਓ। ਪ੍ਰੈਸ਼ਰ ਕੀ ਚੀਜ਼ ਹੈ। ਪ੍ਰੈਸ਼ਰ ਦੇਖੋ ਜੀ, ਪ੍ਰੈਸ਼ਰ ਦਾ ਫਾਰਮੂਲਾ ਹੁੰਦਾ ਫੋਰਸ ਬਟਾ ਏਰੀਆ। ਫੋਰਸ ਬਟਾ ਏਰੀਆ ਮਤਲਬ ਹੁੰਦਾ ਹੈ ਜਿੰਨਾ ਤੁਸੀਂ ਫੋਰਸ ਲਗਾਓਗੇ ਤਾਂ ਜਿੰਨੇ ਏਰੀਏ 'ਚ ਲਗਾਓਗੇ ਤਾਂ ਉਹਦਾ ਕੀ ਹੋਊਗਾ। ਅਗਰ ਉਹ ਗੈਸ ਦੇ ਉੱਪਰ ਲਗਾਓਗੇ ਤਾਂ ਗੈਸ ਦੇ ਵਿੱਚ ਤੁਸੀਂ ਪਹਿਲਾਂ ਪੜ੍ਹ ਕੇ ਆਏ ਹੋ ਕਿ ਗੈਸ ਦੇ ਕਣ ਦੂਰ ਦੂਰ ਹੁੰਦੇ ਨੇ। ਅਗਰ ਇਹਨਾਂ ਦੇ ਉੱਪਰ ਆਪਾਂ ਦਬਾਅ ਪਾ ਕੇ ਇਹਨਾਂ ਦੇ ਕਣ ਨੂੰ ਨੇੜੇ ਲੈ ਕੇ ਆਵਾਂਗੇ ਨਾ, ਤਾਂ ਉਹ ਹੁੰਦਾ ਪ੍ਰੈਸ਼ਰ। ਦਬਾਅ ਲਗਾਉਣਾ, ਪ੍ਰੈਸ਼ਰ। ਅਤੇ ਸਾਡੇ ਉੱਪਰ ਕੁਦਰਤੀ ਤੌਰ 'ਤੇ ਕਿੰਨਾ ਪ੍ਰੈਸ਼ਰ ਪੈ ਰਿਹਾ, ਮਤਲਬ ਸਾਡੇ ਉੱਪਰ 0.01 ਬਾਰ ਦਾ ਪ੍ਰੈਸ਼ਰ ਨੈਚੁਰਲੀ ਐਟਮੋਸਫੇਅਰ, ਵਾਤਾਵਰਨ ਸਾਡੇ ਉੱਪਰ ਪਾ ਰਿਹਾ। ਠੀਕ ਹੈ ਜੀ। ਇਹ ਪ੍ਰੈਸ਼ਰ ਸਾਡੇ ਉੱਪਰ ਪੈਂਦਾ ਪਿਆ। ਤਾਂ ਇਹ ਬਾਰ ਜਿਹੜਾ ਹੁੰਦਾ ਹੈ, ਇਹ ਠੀਕ ਹੈ ਜੀ, ਇਹ 10 ਦੀ ਪਾਵਰ 5 ਨਿਊਟਨ ਮੀਟਰ ਸਕੇਅਰ ਦੇ ਬਰਾਬਰ ਹੁੰਦਾ। ਇਹ ਵੀ ਯਾਦ ਰੱਖਿਆ ਜੀ। ਠੀਕ ਹੈ ਜੀ। ਸਟੈਂਡਰਡ ਹੈਗਾ। ਅਤੇ ਇਹਦੇ ਵਿੱਚ ਸਿੰਪਲ ਆਹੀ ਐਗਜ਼ਾਮਪਲ ਦਿੱਤੀ ਗਈ। ਤੁਸੀਂ ਕਣਾਂ ਨੂੰ ਕੀ ਕਰ ਸਕਦੇ ਹੋ, ਨੇੜੇ ਲੈ ਕੇ ਆ ਸਕਦੇ ਹੋ। ਇਹ ਤੁਸੀਂ ਵੇਖਿਆ ਹੋਊਗਾ ਘਰੇ, LPG ਸਿਲੰਡਰ ਵੇਖੇ ਹੋਣਗੇ, CNG ਗੈਸ ਭਰਾਈ ਹੋਊਗੀ। ਤਾਂ ਤੁਸੀਂ ਘਰੇ ਆਕਸੀਜਨ ਸਿਲੰਡਰ ਹਸਪਤਾਲਾਂ ਦੇ ਵਿੱਚ ਵੇਖੇ ਹੋਣਗੇ, ਉਹਦੇ ਵਿੱਚ ਆਹੀ ਚੀਜ਼ ਸੀ ਸੇਮ। ਠੀਕ ਹੈ। ਆਪਾਂ ਪਿਛਲੇ ਲੈਕਚਰ 'ਚ ਵੇਖ ਚੁੱਕੇ ਹਾਂ।
ਤੇ ਕਹਿੰਦਾ ਪਿਆ ਜੀ ਹੁਣ ਦੇਖੋ ਆਹ ਪ੍ਰੋਸੈਸ ਵੇਖ ਲਓ ਧਿਆਨ ਨਾਲ, ਦੇਖੋ ਆਹ ਚੀਜ਼ ਹੈ। ਕਹਿੰਦਾ ਜੀ ਆਹ ਤੁਹਾਡੇ ਕੋਲ ਸੋਲਿਡ, ਕੋਈ ਚੀਜ਼ ਸੋਲਿਡ ਹੈ, ਅਗਰ ਤੁਸੀਂ ਇਸ ਨੂੰ ਕੀ ਕਰੋਗੇ, ਗਰਮ ਕਰਨਾ ਸਟਾਰਟ ਕਰੋਗੇ, ਗਰਮ ਕਰਨਾ ਸੋਲਿਡ ਨੂੰ ਗਰਮ ਕਰਦੇ ਹਾਂ ਤਾਂ ਉਹਦਾ ਸਭ ਤੋਂ ਪਹਿਲਾਂ ਕੀ ਆਊਗਾ, ਮੈਲਟ ਹੋਊਗੀ। ਸੋਲਿਡ ਜਿਹੜੀ ਚੀਜ਼ ਆਪਾਂ ਬਰਫ਼ ਵੇਖੀ ਸੀ, ਬਰਫ਼ ਨੂੰ ਤੁਸੀਂ ਆਪਣੀ ਹਥੇਲੀ ਦੇ ਉੱਪਰ ਰੱਖੋ ਥੋੜ੍ਹੇ, ਕਿਉਂਕਿ ਬਾਹਰ ਦਾ ਟੈਂਪਰੇਚਰ ਜ਼ਿਆਦਾ ਹੈ ਅਤੇ ਬਰਫ਼ ਦਾ ਘੱਟ ਹੈ, ਅਤੇ ਉਹ ਜਦੋਂ ਟੈਂਪਰੇਚਰ ਬਾਹਰ ਵਾਲਾ ਜ਼ਿਆਦਾ ਹੈ ਤਾਂ ਉਹ ਆਪਣੇ ਆਪ ਹੀ ਪਿਘਲਣਾ ਸਟਾਰਟ ਕਰ ਦਿੰਦੀ ਹੈ। ਜਦ ਤੁਸੀਂ ਇਹਨੂੰ ਗਰਮ ਕਰੋਗੇ ਤਾਂ ਪਿਘਲਣਾ ਸਟਾਰਟ ਕਰ ਦੇਗੀ, ਉਹ ਪੁਆਇੰਟ ਨੂੰ ਆਪਾਂ ਕੀ ਕਹਿੰਦੇ, ਮੈਲਟਿੰਗ। ਤਾਂ ਜਦੋਂ ਕੋਈ ਚੀਜ਼ ਮੈਲਟ ਹੁੰਦੀ ਹੈ ਤਾਂ ਉਹਨੂੰ ਮੈਲਟਿੰਗ ਪੁਆਇੰਟ, ਜਿਹੜੇ ਟੈਂਪਰੇਚਰ 'ਤੇ ਹੋਊਗੀ ਮੈਲਟਿੰਗ ਪੁਆਇੰਟ ਕਹਾਂਗੇ। ਪਰ ਜਦੋਂ ਸੋਲਿਡ ਤੋਂ ਲਿਕੁਇਡ ਦੇ ਵਿੱਚ ਚੇਂਜ ਹੋਗੀ, ਉਸ ਪ੍ਰੋਸੈਸ ਨੂੰ ਆਪਾਂ ਕਹਾਂਗੇ ਫਿਊਜ਼ਨ ਪ੍ਰੋਸੈਸ। ਕੀ ਪ੍ਰੋਸੈਸ ਕਹਾਂਗੇ, ਪਿਘਲਣਾ, ਫਿਊਜ਼ਨ ਪ੍ਰੋਸੈਸ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਮਤਲਬ ਕਹਿਣ ਦਾ ਭਾਵ ਹੈ ਸੋਲਿਡ ਤੋਂ ਲਿਕੁਇਡ ਦੇ ਵਿੱਚ ਚੇਂਜ ਹੋਣਾ, ਉਸ ਪ੍ਰੋਸੈਸ ਨੂੰ ਆਪਾਂ ਕਹਾਂਗੇ ਫਿਊਜ਼ਨ ਪ੍ਰੋਸੈਸ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ ਜੀ। ਮੈਲਟ ਤੱਕ ਹੈਗੀ ਸੀ ਸਪੈਸੀਫਿਕ ਹੀਟ, ਜਦੋਂ ਮੈਲਟ ਹੋ ਕੇ ਲਿਕੁਇਡ ਤੋਂ ਸੋਲਿਡ ਤੋਂ ਲਿਕੁਇਡ ਬਣਿਆ ਤਾਂ ਉਦੋਂ ਆ ਗਈ ਲੇਟੈਂਟ ਹੀਟ। ਲੇਟੈਂਟ ਹੀਟ ਦੇ ਵਿੱਚ ਕੀ ਹੋ ਗਿਆ, ਫਿਊਜ਼ਨ ਪ੍ਰੋਸੈਸ, ਜਿਹੜੀ ਅਵਸਥਾ ਸੀ ਸੋਲਿਡ ਤੋਂ ਲਿਕੁਇਡ 'ਚ ਚੇਂਜ ਹੋ ਗਈ। ਠੀਕ ਹੈ ਜੀ, ਆਈ ਹੋਪ ਕਿ ਤੁਸੀਂ ਦੁਬਾਰਾ ਸੁਣੋਗੇ ਤਾਂ ਤੁਹਾਨੂੰ ਸਮਝ ਆਊਗੀ ਉਹੀ ਲਾਈਨ। ਉਸ ਤੋਂ ਬਾਅਦ ਜਦੋਂ ਤੁਸੀਂ ਜਿਹੜਾ ਲਿਕੁਇਡ ਸੀਗਾ ਇਸ ਨੂੰ ਫੇਰ ਗਰਮ ਕਰੋਗੇ। ਹੁਣ ਇਸ ਨੂੰ ਜਦੋਂ ਆਪਾਂ ਗਰਮ ਕਰਦੇ ਹਾਂ ਨਾ ਕਿਸੇ ਲਿਕੁਇਡ ਨੂੰ, ਤਾਂ ਦੋ ਤਰੀਕੇ ਨਾਲ ਕਰ ਸਕਦੇ ਹਾਂ। ਦੇਖੋ ਦੋ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ, ਕਿ ਮੇਰੇ ਕੋਲ ਵਾਟਰ ਹੈ, ਵਾਟਰ ਨੂੰ ਮੈਂ ਕੀ ਕਰ ਸਕਦਾ, ਇੱਕ ਤੱਕ ਤੁਸੀਂ ਬਾਹਰ ਵੱਡੇ ਵੱਡੇ ਤਲਾਬ ਵੇਖੇ ਨੇ, ਉੱਥੇ ਪਾਣੀ ਤੁਸੀਂ ਵੇਖਿਆ ਹੋਊਗਾ ਉੱਪਰ ਜਾ ਰਿਹਾ ਆਪਣੇ ਆਪ, ਸੂਰਜ ਦੀ ਗਰਮੀ ਦੇ ਵਿੱਚ ਪਾਣੀ ਉੱਪਰ ਹੁੰਦਾ ਪਿਆ, ਵਾਸ਼ਪ ਹੁੰਦਾ ਪਿਆ। ਇੱਕ ਤਾਂ ਉਹ ਪ੍ਰੋਸੈਸ ਹੁੰਦਾ, ਠੀਕ ਹੈ ਜੀ। ਇੱਕ ਹੁੰਦਾ ਜਦੋਂ ਆਪਾਂ ਘਰਾਂ ਦੇ ਵਿੱਚ ਖੁਦ ਪਾਣੀ ਨੂੰ ਗਰਮ ਕਰਕੇ ਵਾਸ਼ਪ ਕਰ ਦਿੰਦੇ ਹਾਂ। ਤਾਂ ਦੋ ਪ੍ਰੋਸੈਸ ਨੇ, ਤਾਂ ਦੋਨੇ ਪ੍ਰੋਸੈਸਾਂ ਦੇ ਨਾ ਅਲੱਗ-ਅਲੱਗ ਨਾਮ ਨੇ। ਜਦੋਂ ਪਾਣੀ ਨੂੰ ਗਰਮ ਕਰਦੇ ਹਾਂ ਉਦੋਂ ਆਪਾਂ ਕੀ ਕਰਦੇ ਹਾਂ, ਵਾਸ਼ਪ ਬਣਾਉਂਦੇ ਹਾਂ। ਜਦੋਂ ਵਾਸ਼ਪ ਕੀ ਹੁੰਦੇ, ਇੱਕ ਟਾਈਮ ਦੇ ਗੈਸ ਹੁੰਦੀ ਹੈ, ਵਾਸ਼ਪ ਜਿਹੜੇ ਹੁੰਦੇ ਨੇ ਇਹ ਗੈਸ ਹੀ ਹੁੰਦੀ ਹੈ। ਜਦੋਂ ਆਪਾਂ ਸੋਲਿਡ ਨੂੰ, ਜਿਹੜਾ ਲਿਕੁਇਡ ਹੈ, ਵਾਟਰ ਨੂੰ ਗਰਮ ਕਰਕੇ ਆਪਾਂ ਗੈਸ ਬਣਾਉਂਦੇ ਹਾਂ, ਉਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹਾਂ, ਵਾਸ਼ਪੀਕਰਨ ਮਤਲਬ ਵੇਪਰਾਈਜੇਸ਼ਨ, ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਵੇਪਰਾਈਜੇਸ਼ਨ। ਬਟ ਉਹ ਤਾਂ ਤੁਸੀਂ ਹੀਟ ਦਿੱਤੀ ਹੈ ਨਾ, ਪਰ ਬਾਹਰ ਕਿਵੇਂ ਤੁਸੀਂ ਦੇਖਦੇ, ਬਾਹਰ ਕਿਵੇਂ ਵੇਖਿਆ ਹੋਊਗਾ, ਬਾਹਰ ਤੁਸੀਂ ਵੇਖਿਆ ਹੋਊਗਾ ਕਿ ਜਿਹੜਾ ਤਲਾਬਾਂ ਦੇ ਵਿੱਚ ਪਾਣੀ ਆਪਣੇ ਆਪ ਉੱਡ ਕੇ ਉੱਪਰ ਜਾ ਰਿਹਾ, ਉਹਦਾ ਮਤਲਬ ਤੁਸੀਂ ਛੋਟੇ ਛੋਟੇ ਕਣਾਂ ਦੇ ਵਿੱਚ ਉੱਪਰ ਜਾ ਰਿਹਾ ਨਾ। ਤਾਂ ਉਹ ਹੁੰਦਾ ਕਿ ਤੁਸੀਂ ਐਵੇਂ ਵੇਖਿਆ ਹੋਊਗਾ, ਜੇ ਘਰੇ ਕੱਪੜੇ ਜਿਹੜੇ ਸੁਕਾਏ ਜਾਂਦੇ ਨੇ, ਉਹਦੇ ਵਿੱਚ ਤੁਸੀਂ ਜਦੋਂ ਖਿਲਾਰ ਕੇ ਉਹਨੂੰ ਕੱਪੜਿਆਂ ਨੂੰ ਪਾਉਣੇ ਆਪਾਂ, ਸੁਕਾਉਣੇ ਆ, ਤਾਂ ਉਹਦੇ ਵਿੱਚ ਕੀ ਹੁੰਦਾ ਜੀ, ਜਿਹੜੇ ਕਣ ਹੁੰਦੇ ਨੇ ਆਪੇ ਥੋੜ੍ਹੇ ਦੇਰ ਬਾਅਦ ਕੀ ਹੁੰਦਾ, ਸੂਰਜ ਦੀ ਗਰਮੀ ਦੇ ਵਿੱਚ ਆਪਣੇ ਆਪ ਹੀ ਵਾਸ਼ਪ ਬਣ ਕੇ ਪਾਣੀ ਉੱਡ ਜਾਂਦਾ, ਤਾਂ ਕੱਪੜੇ ਸੁੱਕ ਜਾਂਦੇ ਨੇ। ਤਾਂ ਉਹ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਈਵੈਪੋਰੇਸ਼ਨ। ਠੀਕ ਹੈ ਜੀ। ਤਾਂ ਈਵੈਪੋਰੇਸ਼ਨ ਪ੍ਰੋਸੈਸ ਦੇ ਵਿੱਚ ਸਾਨੂੰ ਗਰਮ ਨਹੀਂ ਕਰਨਾ ਪੈਂਦਾ, ਸੂਰਜ ਦੀ ਗਰਮੀ ਦੇ ਵਿੱਚ ਵਾਸ਼ਪ ਬਣ ਜਾਂਦੇ ਨੇ। ਅਤੇ ਜਿਹੜਾ ਵੇਪਰਾਈਜੇਸ਼ਨ ਪ੍ਰੋਸੈਸ ਹੈ, ਇਹਦੇ ਵਿੱਚ ਸਾਨੂੰ ਕੀ ਕਰਨਾ ਪੈਣਾ, ਬੋਇਲਿੰਗ ਪੁਆਇੰਟ ਤੱਕ ਸਾਨੂੰ ਪਾਣੀ ਨੂੰ ਗਰਮ ਕਰਨਾ ਪੈਂਦਾ, ਫਿਰ ਉਸ ਤੋਂ ਬਾਅਦ ਪਾਣੀ ਕੀ ਹੁੰਦਾ, ਵਾਸ਼ਪ ਦੇ ਵਿੱਚ ਬਦਲ ਜਾਂਦਾ। ਤਾਂ ਆਈ ਹੋਪ ਕਿ ਦੋਨੇ ਪ੍ਰੋਸੈਸ ਤੁਹਾਨੂੰ ਸਮਝ ਆ ਗਏ। ਤਾਂ ਉਹ ਚੀਜ਼ ਬਣ ਗਈ ਗੈਸ। ਠੀਕ ਹੈ ਜੀ। ਅਤੇ ਵੇਪਰ ਜਿਹੜੇ ਹੁੰਦੇ ਨੇ ਉਹ ਗੈਸ ਹੀ ਹੁੰਦੇ ਨੇ, ਅਤੇ ਗੈਸ ਨੂੰ ਹੀ ਹੋਰ ਗਰਮ ਕਰੋਗੇ ਤੁਸੀਂ, ਤਾਂ ਗੈਸ ਜਦੋਂ ਹੋਰ ਗਰਮ ਕੀਤੀ ਜਾਊਗੀ ਤਾਂ ਤੁਹਾਨੂੰ ਪਤਾ ਗੈਸ ਦਾ ਟੈਂਪਰੇਚਰ ਤਾਂ ਨਹੀਂ ਵਧੂਗਾ, ਉਹ ਕੀ ਹੋ ਜੂਗੀ, ਭਾਫ ਦੇ ਵਿੱਚ ਚੇਂਜ ਹੋ ਜੂਗੀ। ਅਤੇ ਭਾਫ ਤੁਹਾਨੂੰ ਪਤਾ ਹੈ, ਭਾਫ ਜਦੋਂ ਬਣਦੀ ਆ ਉਹਦੇ ਵਿੱਚ ਕੀ ਹੁੰਦੀ ਹੈ, ਲੇਟੈਂਟ ਹੀਟ। ਠੀਕ ਹੈ। ਜਦੋਂ ਕਿਸੇ ਵਾਸ਼ਪ ਨੂੰ, ਜਿਹਦੇ ਵਿੱਚ ਵਾਸ਼ਪ ਅਤੇ ਏਅਰ ਦੋਨੇ, ਪਾਣੀ ਅਤੇ ਏਅਰ ਦੋਨੇ ਮਿਕਸ ਹੁੰਦੇ ਨੇ ਵਾਸ਼ਪ ਦੇ ਵਿੱਚ ਤੁਸੀਂ ਵਾਸ਼ਪ ਕਿਹਨੂੰ ਕਹਿੰਦੇ ਆ, ਜਿਹਦੇ 'ਚ ਪਾਣੀ ਵੀ ਹੋਵੇ ਅਤੇ ਏਅਰ ਵੀ ਹੋਵੇ। ਜਦੋਂ ਆਪਾਂ ਹੋਰ ਗਰਮ ਕਰ ਦਿੰਦੇ ਹਾਂ ਤਾਂ ਪਾਣੀ ਵਾਲਾ ਜਿਹੜਾ ਹੁੰਦਾ ਉਹ ਹੋਰ ਏਅਰ ਬਣ ਜਾਂਦੀ ਹੈ, ਜ਼ਿਆਦਾ ਏਅਰ ਬਣ ਜੂਗੀ, ਜਿਸ ਨੂੰ ਆਪਾਂ ਭਾਫ ਕਹਿ ਦਿੰਦੇ ਹਾਂ। ਭਾਫ ਦੇ ਵਿੱਚ ਪ੍ਰੋਪਰਲੀ ਉਹਨੂੰ ਸਟੀਮ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ। ਸਟੀਮ ਦੇ ਵਿੱਚ ਲੇਟੈਂਟ ਹੀਟ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਕੀ ਹੈ, ਜ਼ਿਆਦਾ ਨੁਕਸਾਨ ਹੁੰਦਾ ਹੈ। ਠੀਕ ਹੈ ਜੀ। ਤਾਂ ਉਸ ਪ੍ਰੋਸੈਸ ਨੂੰ ਆਪਾਂ ਸਬਲੀਮੇਸ਼ਨ ਪ੍ਰੋਸੈਸ ਕਹਿ ਦਿੰਦੇ ਹਾਂ। ਇਹ ਉੱਪਰ ਲਿਖਿਆ ਹੋਇਆ ਸੀ ਨਾ ਸਬਲੀਮੇਸ਼ਨ, ਠੀਕ ਹੈ, ਉਹ ਮੈਂ ਉੱਪਰ ਤੁਹਾਨੂੰ ਦੱਸ ਦੂੰਗਾ। ਆਈ ਹੋਪ ਕਿ ਤੁਹਾਨੂੰ ਇੱਥੇ ਦੋਨੇ ਚੀਜ਼ ਸਮਝ ਆ ਗਿਆ। ਆਪਾਂ ਸੋਲਿਡ ਤੋਂ ਲਿਕੁਇਡ ਵੀ ਦੇਖ ਚੁੱਕੇ ਹਾਂ, ਫਿਊਜ਼ਨ ਪ੍ਰੋਸੈਸ, ਅਤੇ ਲਿਕੁਇਡ ਤੋਂ ਆਪਾਂ ਦੋ ਪ੍ਰੋਸੈਸ ਵੇਖੇ ਨੇ, ਈਵੈਪੋਰੇਸ਼ਨ ਪ੍ਰੋਸੈਸ ਅਤੇ ਇੱਕ ਵੇਪਰਾਈਜੇਸ਼ਨ ਪ੍ਰੋਸੈਸ। ਹੁਣ ਗੈਸ ਤੋਂ ਆਪਾਂ ਕੀ ਕਰਦੇ ਹਾਂ, ਗੈਸ ਤੋਂ ਸੋਲਿਡ ਬਣਾਉਂਦੇ ਹਾਂ। ਤਾਂ ਇਹਦੇ ਵਾਸਤੇ ਉੱਪਰ ਆਪਾਂ ਪੜ੍ਹਿਆ ਸੀਗਾ, ਆਹ ਵੇਖੋ ਆਪਣੇ ਕੋਲ ਕਪੂਰ ਦੀ ਟਿੱਕੀਆਂ ਨੇ, ਕਪੂਰ ਦੀ ਟਿੱਕੀਆਂ ਨੂੰ ਆਪਾਂ ਥੋੜ੍ਹਾ ਜਿਹਾ ਗਰਮ ਕਰਨਾ ਸਟਾਰਟ ਕਰਦੇ ਹਾਂ। ਤਾਂ ਇਹ ਕੀ, ਤਾਂ ਉੱਪਰ ਰੂੰ ਲਾ ਦਿਓ, ਤਾਂ ਇਹ ਕੀ ਕਰੂਗਾ, ਇਹਦੇ ਵਿੱਚ ਇਹ ਹੁਣ ਤੁਹਾਨੂੰ ਪਤਾ ਮੈਂ ਦੱਸਿਆ ਸੀਗਾ ਵੀ ਸੋਲਿਡ ਤੋਂ ਲਿਕੁਇਡ ਬਣਦਾ, ਪਰ ਇਹਦੇ ਵਿੱਚ ਗਰਮ ਕਰਨ ਦੇ ਨਾਲ ਇਹ ਲਿਕੁਇਡ ਨਹੀਂ ਬਣੂਗਾ, ਇਹ ਸਿੱਧਾ ਕੀ ਕਰੂਗਾ, ਗੈਸ ਬਣ ਕੇ ਉੱਡ ਜੂਗਾ। ਤਾਂ ਇਹ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਸਬਲੀਮੇਸ਼ਨ ਪ੍ਰੋਸੈਸ। ਇਸੇ ਤਰ੍ਹਾਂ ਹੀ ਡਰਾਈ ਆਈਸ ਦੇ ਬਾਰੇ ਸੁਣਿਆ ਹੋਊਗਾ, ਕਾਰਬਨ ਡਾਈਆਕਸਾਈਡ ਗੈਸ CO2 ਜਿਹੜੀ ਹੁੰਦੀ ਹੈ, ਇਹਨੂੰ ਆਪਾਂ ਕੀ ਕਰਦੇ ਹਾਂ, ਇਹਦੇ ਵਿੱਚ ਵੀ ਕੀ ਹੁੰਦਾ, ਲਿਕੁਇਡ ਸਟੇਜ ਆਏ ਬਿਨਾਂ ਸਿੱਧਾ ਹੀ ਜਿਹੜਾ ਗੈਸ ਹੁੰਦੀ ਹੈ ਉਹ ਕੀ ਹੋ ਜਾਂਦੀ ਹੈ, ਸੋਲਿਡ ਬਣ ਜਾਂਦੀ ਹੈ ਗੈਸ। ਤਾਂ ਉਹਨੂੰ ਆਪਾਂ ਕਹਿੰਦੇ ਹਾਂ ਡਰਾਈ ਆਈਸ। ਠੀਕ ਹੈ, ਡਰਾਈ ਆਈਸ, ਕਾਰਬਨ ਡਾਈਆਕਸਾਈਡ ਗੈਸ ਯੂਜ਼ ਹੁੰਦੀ ਹੈ। ਤਾਂ ਇਸ ਪ੍ਰੋਸੈਸ ਨੂੰ ਵੀ ਕੀ ਕਹਿੰਦੇ ਆ, ਜਦੋਂ ਗੈਸ ਤੋਂ ਸੋਲਿਡ ਬਣ ਜਾਵੇ ਉਹਨੂੰ ਵੀ ਸਬਲੀਮੇਸ਼ਨ ਪ੍ਰੋਸੈਸ ਕਹਿੰਦੇ ਆ। ਅਤੇ ਜਦੋਂ ਮੈਂ ਦੱਸਿਆ ਸੀਗਾ ਵੀ ਜਿਹੜਾ
ਸੋਲਿਡ ਤੋਂ ਗੈਸ ਬਣ ਜਾਵੇ ਉਸ ਨੂੰ ਵੀ ਆਪਾਂ ਕੀ ਕਹਿੰਦੇ ਹਾਂ, ਉਦੋਂ ਆਪਾਂ ਕਪੂਰ ਦੀ ਟਿੱਕੀਆਂ ਵੇਖੀਆਂ ਸੀ। ਕਪੂਰ ਦੀ ਟਿੱਕੀਆਂ ਤੁਹਾਨੂੰ ਪਤਾ ਹੈ ਲਿਕੁਇਡ ਹੋਏ ਬਿਨਾਂ ਹੀ ਸਿੱਧਾ ਉੱਡ ਜਾਂਦੀਆਂ ਨੇ, ਜਿਵੇਂ ਫਰਨੈਲ ਦੀ ਗੋਲੀਆਂ ਹੁੰਦੀਆਂ ਉਹ ਲਿਕੁਇਡ ਹੋਏ ਬਿਨਾਂ ਹੀ ਸਿੱਧਾ ਉੱਡ ਜਾਂਦੀਆਂ ਨੇ, ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ, ਸਬਲੀਮੇਸ਼ਨ। ਠੀਕ ਹੈ ਜੀ। ਤਾਂ ਇਸ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ, ਇੱਥੇ ਪੰਜਾਬੀ ਦੇ ਵਿੱਚ ਇਸ ਨੂੰ ਕਿਹਾ ਜਾਂਦਾ ਹੈ, ਇੱਥੇ ਲਿਖਿਆ ਹੋਊਗਾ ਦੇਖੋ, ਇਹ ਪੰਜਾਬੀ ਦੇ ਵਿੱਚ ਇਹਨੂੰ ਆਪਾਂ ਕਹਿੰਦੇ ਹਾਂ ਜੋਹਰ ਉਡਾਉਣ ਕਿਰਿਆ। ਠੀਕ ਹੈ, ਜੋਹਰ ਉਡਾਉਣ ਕਿਰਿਆ, ਸਬਲੀਮੇਸ਼ਨ ਪ੍ਰੋਸੈਸ। ਆਈ ਹੋਪ ਕਿ ਤੁਹਾਨੂੰ ਇਹ ਵੀ ਸਮਝ ਆ ਗਿਆ ਹੋਵੇਗਾ। ਹੁਣ ਉਹ ਕਹਿੰਦਾ ਪਿਆ ਥੋੜ੍ਹਾ ਜਿਹਾ ਇੱਥੇ ਵੇਖੋ, ਕਹਿੰਦਾ ਗੈਸ ਨੂੰ ਨਾ ਆਪਾਂ, ਗੈਸ ਨੂੰ ਜਦੋਂ ਆਪਾਂ ਠੰਡਾ ਕਰਦੇ ਹਾਂ, ਗੈਸ ਨੂੰ ਆਪਾਂ ਠੰਡਾ ਕਰਦੇ ਹਾਂ, ਇਹ ਆਪਾਂ ਦੇਖਿਆ ਸੀ ਉੱਪਰ, ਇੱਥੇ ਦੇਖੋ, ਆਹ ਦੇਖੋ, ਜਦੋਂ ਆਪਾਂ ਗੈਸ ਨੂੰ ਨਾ ਠੰਡਾ ਕਰਦੇ ਹਾਂ, ਜਦੋਂ ਆਪਾਂ ਗੈਸ ਨੂੰ ਠੰਡਾ ਕਰਦੇ ਹਾਂ ਤਾਂ ਠੰਡਕ ਆਉਂਦੀ ਹੈ। ਗੈਸ ਨੂੰ ਆਪਾਂ ਜਦੋਂ ਵੀ ਠੰਡਾ ਕਰਾਂਗੇ ਨਾ, ਕੰਪਰੈਸ ਕਰਾਂਗੇ ਤਾਂ ਉਹ ਚੀਜ਼ ਠੰਡੀ ਹੋ ਜਾਂਦੀ ਹੈ। ਤਾਂ ਉਹ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ, ਕੰਡੈਂਸੇਸ਼ਨ। ਕੰਡੈਂਸ ਕਰਨ ਦੇ ਨਾਲ ਕੀ ਹੁੰਦਾ, ਕੋਈ ਚੀਜ਼ ਲਿਕੁਇਡ ਬਣ ਜਾਂਦੀ ਹੈ। ਤੁਸੀਂ ਦੇਖੋ ਜੇ ਤੁਸੀਂ ਗਰਮ ਪਾਣੀ ਕਰਦੇ ਹੋ, ਉਸ ਦੇ ਉੱਪਰ ਹੱਥ ਕਰ ਲਓ, ਕਿਉਂਕਿ ਵਾਸ਼ਪ ਬਣਦੇ ਪਏ ਸੀ, ਉੱਪਰ ਉਹਦੇ ਹੱਥ ਕਰਤਾ, ਤਾਂ ਹੱਥ ਕਰਨ ਦੇ ਨਾਲ ਕੀ ਹੋਇਆ, ਤਾਂ ਉਹ ਪ੍ਰੈਸ਼ਰ ਤੁਸੀਂ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਸੀਂ ਆਪਣੀ ਜਿਹੜੀ ਹਥੇਲੀ ਆ ਉਹਦੇ 'ਚ ਦੇਖਿਓ ਪਾਣੀ ਇਕੱਠਾ ਹੋ ਜਾਂਦਾ ਹੈ। ਤਾਂ ਉਹਦਾ ਮਤਲਬ ਹੁੰਦਾ ਹੈ ਜਦੋਂ ਤੁਸੀਂ ਗੈਸ ਦੇ ਉੱਪਰ ਗੈਸ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤਾਂ ਟੈਂਪਰੇਚਰ ਠੰਡਾ ਹੋਣ ਦੇ ਕਾਰਨ ਟੈਂਪਰੇਚਰ ਘੱਟ ਜਾਂਦਾ ਹੈ, ਜਿਸ ਦੇ ਕਾਰਨ ਕੀ ਹੁੰਦਾ ਜੀ, ਲਿਕੁਇਡ ਦੇ ਵਿੱਚ ਚੇਂਜ ਹੋ ਜਾਂਦਾ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਠੀਕ ਹੈ, ਅਤੇ ਇਹ ਜਦੋਂ ਗੈਸ ਨੂੰ ਆਪਾਂ ਠੰਡਾ ਕਰਦੇ ਹਾਂ ਤਾਂ ਕਿਹੜਾ ਪ੍ਰੋਸੈਸ ਹੁੰਦਾ ਜੀ, ਕੰਡੈਂਸੇਸ਼ਨ ਪ੍ਰੋਸੈਸ ਹੁੰਦਾ ਹੈ। ਠੀਕ ਹੈ ਜੀ, ਠੰਡਾ ਕਰਨ ਨਾਲ। ਜੇ ਲਿਕੁਇਡ ਨੂੰ ਹੋਰ ਮੈਂ ਠੰਡਾ ਕਰਦਾ ਤਾਂ ਉਸ ਨੂੰ ਪੈਣੇ ਕਹਿੰਦੇ ਫਰੀਜ਼ ਕਰਨਾ। ਠੰਡਾ ਕਰਨਾ ਮਤਲਬ ਫਰੀਜ਼ ਕਰਨਾ, ਜਮਾਉਣਾ, ਤਾਂ ਉਸ ਨੂੰ ਆਪਾਂ ਫਰੀਜ਼ ਕਰਨਾ ਪ੍ਰੋਸੈਸ, ਫਰੀਜ਼ ਪ੍ਰੋਸੈਸ ਕਹਿੰਦੇ ਹਾਂ, ਫਰੀਜ਼। ਠੀਕ ਹੈ ਜੀ, ਆਹ ਤੁਹਾਨੂੰ ਸਾਰੇ ਮੈਂ ਪ੍ਰੋਸੈਸ ਇਸ ਦੇ ਵਿੱਚ ਦੱਸਦੇ ਨੇ, ਬੜੇ ਧਿਆਨ ਦੇ ਨਾਲ ਤੁਸੀਂ ਇਸ ਨੂੰ ਸਮਝਣਾ। ਤਾਂ ਇਹਨੂੰ ਜੇ ਨਾ ਸਮਝ ਆਇਆ ਤਾਂ, ਕਿਉਂਕਿ ਮੈਂ ਬੜਾ ਛੋਟੀ ਐਗਜ਼ਾਮਪਲਾਂ ਦੇ ਵਿੱਚ ਸਮਝਾਇਆ ਤੁਹਾਨੂੰ, ਤਾਂ ਸਮਝ ਆ ਜਾਊਗਾ ਤੁਹਾਨੂੰ। ਸਾਰੇ ਪ੍ਰੋਸੈਸ ਮੈਂ ਦੱਸਦੇ ਇਹਦੇ ਵਿੱਚ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇਵੈਪੋਰੇਸ਼ਨ ਕੀ ਚੀਜ਼ ਹੈ। ਇਵੈਪੋਰੇਸ਼ਨ ਦੇ ਵਿੱਚ ਕੀ ਹੁੰਦਾ ਹੈ, ਪਦਾਰਥ ਦੀ ਅਵਸਥਾ ਬਦਲਣ ਦੀ ਲਈ ਹਮੇਸ਼ਾ ਤਾਪ ਅਤੇ ਦਬਾਅ ਦਾ ਬਦਲਣਾ ਜ਼ਰੂਰੀ ਹੈ। ਤੁਸੀਂ ਰੋਜ਼ਾਨਾ ਜੀਵਨ ਦੇ ਵਿੱਚ ਕੋਈ ਅਜਿਹੀ ਉਦਾਹਰਨ ਦੇ ਸਕਦੇ ਹੋ ਜਿਸ ਦੇ ਵਿੱਚ ਉਬਾਲ ਦਰਜੇ ਤੋਂ ਪਹੁੰਚੇ ਹੀ ਕੋਈ ਵਾਸ਼ਪ ਦਰਵ ਅਵਸਥਾ ਦੇ ਵਿੱਚ ਬਦਲ ਜਾਂਦੇ ਹਨ ਅਤੇ ਪਾਣੀ ਨੂੰ ਖੁੱਲ੍ਹਾ ਛੱਡਣ 'ਤੇ ਹੌਲੀ ਹੌਲੀ ਉਹ ਵਾਸ਼ਪ ਬਣ ਕੇ ਉੱਡ ਜਾਂਦਾ ਹੈ। ਇਸ ਨੂੰ ਇਵੈਪੋਰੇਸ਼ਨ ਪ੍ਰੋਸੈਸ ਕਹਿੰਦੇ ਆਪਾਂ। ਪਰਿਵਰਤਿਤ ਹੋ ਜਾਂਦਾ ਹੈ, ਗਿੱਲੇ ਕੱਪੜੇ ਸੁੱਕਣੇ ਪਾਏ ਜਾਂਦੇ ਹਨ। ਦੋਵੇਂ ਉਦਾਹਰਨਾਂ ਕੀ ਹਨ, ਇਵੈਪੋਰੇਸ਼ਨ ਦੀਆਂ ਹਨ। ਅਤੇ ਅਸੀਂ ਜਾਣਦੇ ਹਾਂ ਕਿ ਪਦਾਰਥ ਦੇ ਕਣ ਹਮੇਸ਼ਾ ਗਤੀਸ਼ੀਲ ਰਹਿੰਦੇ ਹਨ, ਕਦੇ ਕਦੇ ਰੁਕਦੇ ਨਹੀਂ। ਇਹ ਨਿਸ਼ਚਿਤ ਤਾਪਮਾਨ 'ਤੇ ਗੈਸ ਤੋਂ ਕਣਾਂ ਦੇ ਵਿੱਚ ਵੱਖਰੇ ਮਾਤਰਾ ਦੇ ਵਿੱਚ ਗਤਿਜ ਊਰਜਾ ਇਹਨਾਂ ਦੇ ਵਿੱਚ ਆਉਂਦੀ ਰਹਿੰਦੀ ਹੈ। ਅਤੇ ਇਹ ਕੀ ਕਰਦੇ ਨੇ, ਦਰਵ ਦੀ ਸਤ੍ਹਾ ਦੇ ਮੌਜੂਦ ਕਣਾਂ ਦੇ ਕੁਝ ਅੰਸ਼ ਇਸ ਗਤਿਜ ਊਰਜਾ ਨੂੰ, ਜਿਨ੍ਹਾਂ ਦੇ ਵਿੱਚ ਗਤਿਜ ਊਰਜਾ ਹੁੰਦੀ ਹੈ ਨਾ, ਉਹ ਦੂਜੇ ਕਣਾਂ ਦੀ ਆਕਰਸ਼ਣ ਬਲ ਤੋਂ ਕੀ ਕਰਦੇ ਨੇ, ਮੁਕਤ ਹੋ ਜਾਂਦੇ ਨੇ, ਜਿਸ ਕਰਕੇ ਉਬਾਲੇ ਬਿਨਾਂ ਇਹ ਆਪਣੀ ਥਾਂ ਛੱਡ ਕੇ ਹਵਾ ਦੇ ਵਿੱਚ ਚਲੇ ਜਾਂਦੇ ਨੇ। ਜਿਸ ਕਰਕੇ ਕੀ ਹੁੰਦਾ, ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹਾਂ, ਇਵੈਪੋਰੇਸ਼ਨ ਪ੍ਰੋਸੈਸ। ਮੈਂ ਸਿੰਪਲ ਜਿਹਾ ਦੱਸਿਆ ਵੀ ਜਿੰਨਾ ਕੱਪੜਾ ਤੁਸੀਂ ਖੋਲ੍ਹ ਕੇ ਸੁੱਟੋਗੇ ਉਹਦੇ ਜਿਹੜੇ ਕਣ ਨੇ ਕੀ ਕਰਦੇ ਨੇ, ਉਹ ਗਤੀ ਉਹਨਾਂ ਦੇ ਵਿੱਚ ਹੁੰਦੀ ਹੈ ਕਿਉਂਕਿ ਲਿਕੁਇਡ ਉਹਨੂੰ ਬਣੇ ਹੋਏ ਨੇ। ਤਾਂ ਉਸ ਤੋਂ ਬਾਅਦ ਉਹਨੂੰ ਜਦੋਂ ਹੀਟ ਮਿਲਦੀ ਹੈ ਉਹ ਆਪਣੀ ਥਾਂ ਛੱਡ ਕੇ ਹਵਾ ਵਾਲੇ ਕਣਾਂ ਦੇ ਵਿੱਚ ਚੇਂਜ ਹੋ ਜਾਂਦੇ ਨੇ, ਤਾਂ ਉਹ ਕੱਪੜਾ ਸੁੱਕ ਜਾਂਦਾ। ਠੀਕ ਹੈ, ਉਸ ਪ੍ਰੋਸੈਸ ਨੂੰ ਬਿਨਾਂ ਉਬਾਲੇ ਆਪਾਂ ਜਿਹੜਾ ਵਾਸ਼ਪ ਬਣ ਜਾਵੇ ਉਸ ਪ੍ਰੋਸੈਸ ਨੂੰ ਆਪਾਂ ਇਵੈਪੋਰੇਸ਼ਨ ਪ੍ਰੋਸੈਸ ਕਹਿੰਦੇ ਹਾਂ। ਅਤੇ ਵਾਸ਼ਪੀਕਰਨ ਦੇ ਉੱਪਰ ਪ੍ਰਭਾਵ ਕਿਹੜੇ ਪੈਂਦੇ ਨੇ, ਕਹਿੰਦਾ ਜੀ ਕਿਹੜੇ ਫੈਕਟਰ ਹੁੰਦੇ ਨੇ, ਅਫੈਕਟ ਕਰਦੇ ਨੇ, ਜਿਹੜੇ ਫੈਕਟਰ ਨੇ ਜਿਹੜੇ ਇਵੈਪੋਰੇਸ਼ਨ ਪ੍ਰੋਸੈਸ ਨੂੰ ਫੈਕਟ ਕਰਦੇ ਨੇ। ਸਭ ਤੋਂ ਪਹਿਲਾਂ ਕਹਿੰਦਾ ਪਿਆ ਸਤ੍ਹਾ ਦਾ ਖੇਤਰਫਲ ਵੱਧ ਹੋਣਾ। ਸਤ੍ਹਾ ਦਾ ਖੇਤਰਫਲ ਦਾ ਮਤਲਬ ਵੀ ਜਿੰਨਾ ਜ਼ਿਆਦਾ ਕੋਈ ਏਰੀਆ ਜ਼ਿਆਦਾ ਹੋਊਗਾ ਉੱਥੇ ਓਨਾ ਹੀ ਤੁਹਾਡਾ ਕੀ ਹੋਊਗਾ, ਇਵੈਪੋਰੇਸ਼ਨ ਜ਼ਿਆਦਾ ਹੋਊਗਾ। ਕਿਵੇਂ ਸਮੁੰਦਰਾਂ ਦੇ ਵਿੱਚ ਪਾਣੀ ਕਿਵੇਂ ਉੱਪਰ ਜਾਂਦਾ, ਕਿਉਂਕਿ ਜਿੰਨਾ ਜ਼ਿਆਦਾ ਸਮੁੰਦਰ ਵੱਡਾ ਹੈ ਉਨੇ ਹੀ ਜ਼ਿਆਦਾ ਬੱਦਲ ਬਣਦੇ ਨੇ, ਤਾਂ ਉੱਥੇ ਬੱਦਲਾਂ ਦੇ ਆਸ-ਪਾਸ ਦੇ ਏਰੀਆ ਦੇ ਵਿੱਚ ਬਾਰਿਸ਼ ਹੁੰਦੀ ਰਹਿੰਦੀ ਹੈ। ਉਹਦਾ ਕਾਰਨ ਹੈ ਕਿ ਜਿੰਨਾ ਖੇਤਰਫਲ ਤੁਹਾਡਾ ਜ਼ਿਆਦਾ ਹੈ, ਜਿੰਨਾ ਕੱਪੜਾ ਤੁਸੀਂ ਖੁਲਾਰ ਕੇ ਸੁੱਟੋਗੇ ਉਨਾ ਛੇਤੀ ਸੁੱਕਦਾ ਹੈ, ਜਿੰਨਾ ਘੱਟ ਏਰੀਆ ਹੋਊਗਾ ਉਨਾ ਹੀ ਲੇਟ ਸੁੱਕੂਗਾ। ਠੀਕ ਹੈ ਜੀ, ਉਹ ਰੀਜ਼ਨ ਹੈ ਕਿ ਤੁਹਾਡਾ ਕੱਪੜਾ ਖੇਤਰਫਲ ਘੱਟ ਹੈ, ਡਿਪੈਂਡ ਕਰਦਾ ਖੇਤਰਫਲ ਦੇ ਉੱਪਰ ਕਿੰਨਾ ਤੁਹਾਡਾ ਸਰਫੇਸ ਏਰੀਆ ਜ਼ਿਆਦਾ ਹੈ। ਠੀਕ ਹੈ ਜੀ, ਤਾਂ ਉਹ ਇਹ ਦੱਸਦਾ ਪਿਆ। ਉਸ ਤੋਂ ਬਾਅਦ ਕਹਿੰਦਾ ਪਿਆ ਤਾਪਮਾਨ 'ਚ ਵੱਧ ਹੋਵੇ, ਗਰਮੀ ਹੀ ਜ਼ਿਆਦਾ ਇੰਨੀ ਪੈਂਦੀ ਹੋਵੇ। ਤੁਸੀਂ ਦੇਖੋ ਠੰਡ ਦੇ ਵਿੱਚ ਕੱਪੜਾ ਸੁੱਕਣ ਨੂੰ ਪਾ ਦਿਓ, ਨਹੀਂ ਸੁੱਕਦਾ ਕਿਉਂਕਿ ਗਰਮੀ ਘੱਟ ਹੈ। ਅਤੇ ਜੇ ਇੱਥੇ ਵੱਧ ਗਰਮੀ ਹੋਵੇ ਤਾਂ ਕੱਪੜਾ 10 ਮਿੰਟਾਂ 'ਚ ਸੁੱਕ ਜਾਂਦਾ। ਮਤਲਬ ਟੈਂਪਰੇਚਰ ਵੀ ਫਰਕ ਪੈਂਦਾ ਸਾਡੀ ਬੋਡੀ ਦੇ ਉੱਪਰ ਇਵੈਪੋਰੇਸ਼ਨ ਦੇ ਉੱਪਰ। ਠੀਕ ਹੈ ਜੀ, ਅਤੇ ਹਵਾ ਦੀ ਨਮੀ ਦੇ ਵਿੱਚ ਹਵਾ ਦੇ ਵਿੱਚ ਨਮੀ ਘੱਟ ਹੋਵੇ ਅਤੇ ਮੌਜੂਦਾ ਜਲ ਵਾਸ਼ਪਾਂ ਦੀ ਮਾਤਰਾ ਦੇ ਵਿੱਚ ਨਮੀ, ਦੇਖੋ ਮੋਇਸਚਰ, ਇਹਨੂੰ ਆਪਾਂ ਕਹਿੰਦੇ ਮੋਇਸਚਰ ਇੰਗਲਿਸ਼ ਦੇ ਵਿੱਚ। ਮੋਇਸਚਰ ਦਾ ਮਤਲਬ ਹੁੰਦਾ ਹਵਾ ਦੇ ਵਿੱਚ ਵੀ ਵਾਸ਼ਪ ਕਿੰਨੇ ਨੇ। ਤਾਂ ਜੇ ਹਵਾ ਹੀ ਸੁੱਕੀ ਜਿਹੀ ਹੋਵੇ ਜਿਹਦੇ ਵਿੱਚ ਵਾਸ਼ਪ ਹੋਣ ਨਾ, ਜੇ ਮੋਇਸਚਰ ਜ਼ਿਆਦਾ ਹੋਊਗਾ, ਗਿੱਲਾਪਨ ਜ਼ਿਆਦਾ ਹਵਾ ਦੇ ਵਿੱਚ ਹੋਊਗਾ, ਤਾਂ ਉਹ ਕੱਪੜਾ ਜਲਦੀ ਨਹੀਂ ਸੁੱਕੂਗਾ। ਜੇ ਉਹਦੇ 'ਚ ਨਮੀ ਹੋਊਗੀ ਤਾਂ ਤੁਹਾਨੂੰ ਪਤਾ ਜਿਵੇਂ ਲੂ ਹੁੰਦਾ, ਤੁਸੀਂ ਲੂ ਵਰਡ ਸੁਣਿਆ, ਲੂ ਦੇ ਵਿੱਚ ਆਪਾਂ ਘਰੋਂ ਬਾਹਰ ਨਹੀਂ ਨਿਕਲਦੇ, ਉਹਦਾ ਮਤਲਬ ਕੀ ਹੁੰਦਾ, ਲੂ ਦੇ ਵਿੱਚ ਸਿਰਫ ਹਵਾ ਹੁੰਦੀ ਆ, ਉਹ ਬਹੁਤ ਜ਼ਿਆਦਾ ਸੁੱਕੀ ਹਵਾ ਹੁੰਦੀ ਹੈ। ਉਹਦੇ ਸਾਹਮਣੇ ਕੋਈ ਵੀ ਪਰਸਨ ਆ ਜਾਂਦਾ ਉਹਨੂੰ ਦਸਤ ਲੱਗ ਜਾਂਦੇ ਨੇ। ਰੀਜ਼ਨ ਕੀ ਹੁੰਦਾ, ਮੋਇਸਚਰ ਵਾਲੀ ਕੋਈ ਵੀ ਚੀਜ਼ ਆ ਗਈ ਉਹਨੇ ਸੋਖ ਲੈਣੀ ਹੈ, ਜਿਸ ਕਰਕੇ ਇਹ ਹਿਊਮਿਡਿਟੀ ਸਾਡੇ ਬੋਡੀ ਦੇ ਉੱਪਰ, ਸਾਡੇ ਇਵੈਪੋਰੇਸ਼ਨ ਪ੍ਰੋਸੈਸ ਦੇ ਉੱਪਰ ਫਰਕ ਪਾਉਂਦੀ ਹੈ।
ਉਸ ਤੋਂ ਬਾਅਦ ਤੁਸੀਂ ਹਵਾ ਦੀ ਗਤੀ, ਜਿੰਨਾ ਤੁਸੀਂ ਦੇਖੋ ਜ਼ਿਆਦਾ ਟੈਂਪਰੇਚਰ ਨੂੰ ਉਬਾਲ ਕੇ ਤੁਸੀਂ ਉਸ ਮੋਲੀਕਿਊਲ ਨੂੰ ਹੀਟ ਦਿੰਦੇ ਪਏ ਸੀ ਤਾਂ એનર્ਜੀ ਆ ਗਈ ਸੀ, ਤਾਂ ਉਹ ਆਪਣੀ ਥਾਂ ਛੱਡ ਗਿਆ ਸੀ। ਜਾਂ ਹਵਾ ਹੀ ਇੰਨੀ ਤੇਜ਼ ਚੱਲਦੀ ਪਈ ਹੈ ਕਿ ਜਿਹੜੇ ਮੋਲੀਕਿਊਲ ਨੇ ਉਹ ਆਪਣੀ ਥਾਂ ਛੱਡ ਕੇ એનર્ਜੀ ਆਉਂਦੀ ਹੈ ਗਤੀ ਕਾਈਨੈਟਿਕ એનર્ਜੀ ਦੇ ਕਾਰਨ ਉਹ ਆਪਣੀ ਥਾਂ ਛੱਡ ਦਿੰਦੇ ਨੇ, ਤਾਂ ਹਵਾ ਵੀ ਸਾਡੀ ਜਿਹੜੇ ਇਵੈਪੋਰੇਸ਼ਨ ਪ੍ਰੋਸੈਸ ਦੇ ਉੱਪਰ ਫਰਕ ਪਾਉਂਦੀ ਹੈ। ਉਸ ਤੋਂ ਬਾਅਦ ਕਹਿੰਦਾ ਕਿ ਵਾਸ਼ਪੀਕਰਨ ਦੇ ਕਾਰਨ ਸਾਨੂੰ ਠੰਡਕ ਕਿਵੇਂ ਮਹਿਸੂਸ ਹੁੰਦੀ ਹੈ। ਠੰਡਕ ਦਾ ਦੇਖੋ, ਖੁੱਲੇ ਬਰਤਨ ਦੇ ਵਿੱਚ ਰੱਖੇ ਦਰਵ ਵਿੱਚ ਨਿਰੰਤਰ ਵਾਸ਼ਪੀਕਰਨ ਹੁੰਦਾ ਹੀ ਰਹਿੰਦਾ ਹੈ। ਕੋਈ ਵੀ ਬਰਤਨ ਖੁੱਲ੍ਹਾ ਹੈ ਉਹਦੇ ਵਿੱਚ ਕੀ ਹੁੰਦਾ ਜੀ, ਇਵੈਪੋਰੇਸ਼ਨ ਹੁੰਦਾ ਹੀ ਰਹਿੰਦਾ ਹੈ। ਉਹਨੂੰ ਤੁਸੀਂ ਟੈਂਪਰੇਚਰ ਵਧਾਓ ਨਾ ਵਧਾਓ, ਉਹਦੇ 'ਚ ਜਿਹੜੇ ਕਣ ਬਣ ਕੇ ਆਪੇ ਉੱਡਦੇ ਰਹਿਣਗੇ, ਪਾਣੀ ਉੱਡਦਾ ਹੀ ਰਹੂਗਾ। ਵਾਸ਼ਪੀਕਰਨ ਦੌਰਾਨ ਘੱਟ ਹੋਈ ਊਰਜਾ ਦਾ ਦੁਬਾਰਾ ਪ੍ਰਾਪਤ ਕਰਨ ਲਈ ਦਰਵ ਦੇ ਕਣ ਆਪਣੇ ਆਲੇ ਦੁਆਲੇ ਦੇ ਊਰਜਾ ਸੋਖ ਲੈਂਦੇ ਨੇ, ਆਪਣੇ ਨੇੜੇ ਤੇੜੇ ਦੇ ਊਰਜਾ ਸੋਖ ਲੈਂਦੇ ਨੇ, ਅਤੇ ਜਿੱਥੋਂ ਊਰਜਾ ਉਹ ਕਣ ਸੋਖਣਗੇ ਨਾ, ਤਾਂ ਉਹ ਜਿਹੜੀ ਚੀਜ਼ ਹੈ ਠੰਡੀ ਹੋ ਜੂਗੀ। ਕਿਉਂਕਿ ਟੈਂਪਰੇਚਰ ਇੱਕ ਦਾ ਟੈਂਪਰੇਚਰ ਜ਼ਿਆਦਾ ਹੈ, ਇੱਕ ਦਾ ਘੱਟ ਹੈ, ਅਤੇ ਜਦੋਂ ਘੱਟ ਵਾਲੇ ਟੈਂਪਰੇਚਰ ਦੇ ਉੱਪਰ ਜਦੋਂ ਵੱਧ ਵਾਲੇ ਜਿਹੜੇ ਕਣਾਂ ਦੇ ਉੱਪਰ ਜਦੋਂ ਮੋਲੀਕੂਲ ਬਹਿਣਗੇ, ਤਾਂ ਉਹ ਜਿਹੜਾ ਵੱਧ ਵਾਲਾ ਟੈਂਪਰੇਚਰ ਦੀ ਥਾਂ 'ਤੇ ਕੀ ਹੋ ਜੂਗਾ, ਉੱਥੇ ਠੰਡਾ ਮਹਿਸੂਸ ਹੋਊਗਾ। ਇਹਦੀ ਐਗਜ਼ਾਮਪਲ ਦਿੰਦਾ, ਕਹਿੰਦਾ ਜੀ ਤੁਸੀਂ ਘਰਾਂ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਐਸੀਟੋਨ ਜਿਹੜੀ ਹੁੰਦੀ ਹੈ। ਐਸੀਟੋਨ ਕੀ ਹੁੰਦੀ ਹੈ? ਐਸੀਟੋਨ ਤੁਹਾਨੂੰ ਪੇਪਰ 'ਚ ਆ ਸਕਦਾ ਹੈ। ਇਹਦਾ ਮਤਲਬ ਇਹ ਹੁੰਦਾ ਕਿ ਜਿਹੜੀ ਨੋ ਪਾਲਿਸ਼ ਹੁੰਦੀ ਹੈ ਉਹ ਤੁਸੀਂ ਲਗਾਉਣੇ ਆ, ਅਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਸਾਫ਼ ਕਰਨ ਵਾਸਤੇ ਜਿਹੜਾ ਲਿਕੁਇਡ ਯੂਜ਼ ਕਰਦੇ ਹੋ ਨਾ, ਉਹਨੂੰ ਐਸੀਟੋਨ ਕਹਿੰਦੇ ਆ, ਨੋ ਪਾਲਿਸ਼। ਉਹ ਜਿਹੜਾ ਲਿਕੁਇਡ ਆ ਕੀ ਕਰਦਾ, ਸਾਡੇ ਉੱਪਰ ਜਦੋਂ ਆਪਾਂ ਉਹਨੂੰ ਲਗਾਉਂਦੇ ਹਾਂ ਤਾਂ ਠੰਡਾ ਜਿਹਾ ਮਹਿਸੂਸ ਹੁੰਦਾ। ਮਤਲਬ ਕੀ ਹੈ, ਸਾਡੀ ਬੋਡੀ ਦਾ ਟੈਂਪਰੇਚਰ ਜ਼ਿਆਦਾ ਸੀ, ਉਹਦਾ ਘੱਟ ਸੀਗਾ, ਉਹ ਸਾਡੀ ਬੋਡੀ ਦੇ ਉੱਪਰ ਪਿਆ ਤਾਂ ਸਾਡੀ ਬੋਡੀ ਦੀ ਹੀਟ ਉਹਨੇ ਸੋਖ ਲਈ ਉਹਦੇ ਕਣਾਂ ਨੇ, ਅਤੇ ਸਾਡੀ ਬੋਡੀ ਨੂੰ ਠੰਡਾ ਮਹਿਸੂਸ ਹੋਇਆ। ਜਿਵੇਂ ਸਾਡੇ ਪੈਟਰੋਲ ਦੀ ਕਣ ਲੱਗਦੇ ਨੇ ਥੋੜ੍ਹੇ ਜਿਹੇ, ਤਾਂ ਸਾਡੀ ਬੋਡੀ ਦੇ ਵਿੱਚ ਪੈਟਰੋਲ ਦੇ ਕਣ ਟੈਂਪਰੇਚਰ ਘੱਟ ਸੀਗਾ, ਉਹਦੇ ਕਣਾਂ ਨੇ ਸਾਡੀ ਬੋਡੀ ਦਾ ਹੀਟ ਸੋਖ ਲਈ, ਜਿਸ ਤੋਂ ਸਾਨੂੰ ਠੰਡਾ ਮਹਿਸੂਸ ਹੋਇਆ। ਇਹ ਸਾਰਾ ਕੀ ਕਰਦਾ ਜੀ, ਇਵੈਪੋਰੇਸ਼ਨ ਸਾਡੀ ਬੋਡੀ ਦੇ ਉੱਪਰ ਇਹ ਵੀ ਫਰਕ ਪਾਉਂਦਾ, ਠੰਡਕ ਵੀ ਮਹਿਸੂਸ ਦਿੰਦਾ ਸਾਨੂੰ। ਠੀਕ ਹੈ ਜੀ। ਅਤੇ ਧੁੱਪ ਦੇ ਵਿੱਚ ਅਸੀਂ ਕੀ ਕਰਦੇ ਹਾਂ, ਤੇਜ਼ ਧੁੱਪ ਵਾਲੇ ਗਰਮ ਦਿਨਾਂ ਤੋਂ ਬਾਅਦ ਲੋਕ ਆਪਣੀ ਥਾਂ 'ਤੇ ਖੁੱਲ੍ਹੇ, ਜਦੋਂ ਆਪਾਂ ਸ਼ਾਮ ਦਾ ਵੇਲਾ ਹੁੰਦਾ, ਬਹੁਤੇ ਜ਼ਿਆਦਾ ਗਰਮੀਆਂ ਦੇ ਵਿੱਚ ਸ਼ਾਮ ਦੇ ਵੇਲੇ ਨੂੰ ਆਪਾਂ ਕੀ ਕਰਦੇ ਹਾਂ, ਬਾਹਰ ਪਾਣੀ ਛਿੜਕਦੇ ਹਾਂ। ਪਾਣੀ ਛਿੜਕਣ ਦਾ ਮਤਲਬ ਕੀ ਹੁੰਦਾ, ਜਿਹੜੀ ਧਰਤੀ ਗਰਮ ਹੋਈ ਹੁੰਦੀ ਹੈ ਉਹਨੂੰ ਆਪਾਂ ਪਾਣੀ ਛਿੜਕ ਕੇ ਉਹਦੀ ਹੀਟ ਕੱਢ ਲੈਂਦੇ ਹਾਂ, ਪਾਣੀ ਉਹਦੀ ਹੀਟ ਸੋਖ ਲੈਂਦਾ ਅਤੇ ਧਰਤੀ ਠੰਡੀ ਹੋ ਜਾਂਦੀ ਹੈ, ਤਾਂ ਸਾਨੂੰ ਠੰਡੀ ਠੰਡੀ ਹਵਾ ਆਉਂਦੀ ਹੈ ਉਹ ਗਰਮੀ ਦੇ ਟਾਈਮ 'ਤੇ। ਤਾਂ ਮਤਲਬ ਵੀ ਇਵੈਪੋਰੇਸ਼ਨ ਸਾਨੂੰ ਕੀ ਦਿੰਦਾ ਜੀ, ਠੰਡਕ ਵੀ ਦਿੰਦਾ। ਅਤੇ ਇਹਦੇ ਜਿਹੜਾ ਕੀ ਹੈ, ਇਹ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ, ਇਵੈਪੋਰੇਸ਼ਨ ਪ੍ਰੋਸੈਸ ਸਾਡੀ ਲਾਈਫ ਦੇ ਵਿੱਚ ਇੰਨਾ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਪੜ੍ਹ ਰਹੇ ਹਾਂ ਸਾਇੰਸ, ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਨਾ। ਹੁਣ ਪ੍ਰੋਪਰ ਤੁਸੀਂ ਵੇਖ ਕੇ ਜਦੋਂ ਪੜ੍ਹੋਗੇ ਤਾਂ ਤੁਹਾਨੂੰ ਸਾਰੀ ਚੀਜ਼ਾਂ ਪਤਾ ਲੱਗ ਰਹੀਆਂ ਨੇ। ਤਾਂ ਹੀ ਕਹਿੰਦੇ ਨੇ ਸਾਨੂੰ ਜੀ ਗਰਮੀਆਂ ਦੇ ਵਿੱਚ ਸੂਤੀ ਕੱਪੜੇ ਪਾਉਣੇ ਚਾਹੀਦੇ ਨੇ, ਕਿਉਂਕਿ ਗਰਮੀਆਂ ਦੇ ਵਿੱਚ ਜਦੋਂ ਸਾਡੀ ਬੋਡੀ ਦੇ ਉੱਪਰ ਪਸੀਨਾ ਆਉਂਦਾ, ਪਸੀਨਾ ਜਿਹੜਾ ਹੁੰਦਾ, ਪਸੀਨੇ ਦੇ ਕਾਰਨ ਸਾਡੀ ਬੋਡੀ ਗਿੱਲੀ ਹੋ ਜਾਂਦੀ। ਗਿੱਲੇ ਦੇ ਕਾਰਨ ਕੀ ਹੁੰਦਾ, ਜਿਹੜਾ ਲਿਕੁਇਡ ਹੁੰਦਾ ਉਹ ਸਾਡੀ ਬੋਡੀ ਦੇ ਵਿੱਚ ਕੀ ਕਰ ਲੈਂਦਾ, ਹੀਟ ਸੋਖ ਲੈਂਦਾ, ਅਤੇ ਜਦੋਂ ਸਾਡੇ 'ਤੇ ਹਵਾ ਲੱਗਦੀ ਸਾਨੂੰ ਠੰਡਾ ਠੰਡਾ ਮਹਿਸੂਸ ਹੁੰਦਾ। ਤਾਂ ਇਹ ਵੀ ਇਵੈਪੋਰੇਸ਼ਨ ਦਾ ਹੀ ਪ੍ਰੋਸੈਸ ਹੈ। ਆਈ ਹੋਪ ਕਿ ਤੁਹਾਨੂੰ ਇਸ ਚੀਜ਼ ਸਮਝ ਆ ਗਈ ਹੋਵੇਗੀ। ਉਸ ਤੋਂ ਬਾਅਦ ਆਪਾਂ 3 ਸਟੇਜਾਂ ਦਾ ਪੜ੍ਹ ਹੀ ਚੁੱਕੇ ਹਾਂ ਨਾ, 3 ਸਟੇਜਾਂ ਦਾ ਆਪਾਂ ਪੜ੍ਹ ਚੁੱਕੇ ਹਾਂ, ਸੋਲਿਡ, ਲਿਕੁਇਡ ਅਤੇ ਗੈਸ। ਚੌਥੀ ਸਟੇਜ ਕਿਹੜੀ ਹੈ? ਚੌਥੀ ਸਟੇਜ ਹੈ ਜੀ ਪਲਾਜ਼ਮਾ। ਪਲਾਜ਼ਮਾ ਦਾ ਮਤਲਬ ਪਤਾ ਕੀ ਹੈ, ਕਿ ਮੰਨ ਲਓ ਕੋਈ ਐਟਮ ਹੈ, ਐਟਮ ਕੀ ਕਰਦੇ ਆ, ਇਹਨੂੰ ਬਹੁਤ ਜ਼ਿਆਦਾ ਮੈਂ ਹੀਟ ਦੇ ਦਾਂ, ਬਹੁਤ ਜ਼ਿਆਦਾ ਹੀਟ ਦੇ ਦਾਂ, ਤਾਂ ਇਹ ਕੀ ਹੋ ਜਾਊਗਾ, ਆਇਨਸ ਦੇ ਵਿੱਚ ਚੇਂਜ ਹੋ ਜਾਊਗਾ। ਇਹ ਇੱਕ ਲੌਂਗ ਚੈਪਟਰ ਹੈ, ਇਹਨੂੰ ਇੰਨਾ ਤੁਸੀਂ ਉਹ ਪੇਪਰਾਂ 'ਚ ਵੀ ਘੱਟ ਆਉਂਦਾ। ਤਾਂ ਜਦੋਂ ਆਇਨ ਦੇ ਵਿੱਚ ਚੇਂਜ ਹੋ ਗਿਆ, ਮਤਲਬ ਬਹੁਤ ਜ਼ਿਆਦਾ ਐਟਮ ਨੂੰ ਹੀਟ ਦੇਤੀ, ਉਹਦੇ ਇਲੈਕਟ੍ਰੋਨ ਆਇਨ ਦੇ ਵਿੱਚ ਚੇਂਜ ਹੋ ਗਿਆ, ਜਿਸ ਕਾਰਨ ਕੀ ਹੁੰਦਾ ਜੀ, ਉਹਦੇ ਵਿੱਚ ਜਿੰਨੀ ਉਹ ਕੀ ਕਰੂਗਾ, ਇੱਕ ਲਾਈਟ ਪ੍ਰੋਡਿਊਸ ਕਰੂਗਾ, ਜਿਸ ਨੂੰ ਆਪਾਂ ਕਹਿੰਦੇ ਹਾਂ। ਹੁਣ ਦੇਖੋ ਇੱਥੇ ਕਹਿੰਦਾ ਵੀ ਪਲਾਜ਼ਮਾ ਇਸ ਅਵਸਥਾ ਦੇ ਵਿੱਚ ਕਣ ਬਹੁਤ ਜ਼ਿਆਦਾ ਊਰਜਾ ਵਾਲੇ ਅਤੇ ਉਤੇਜਿਤ ਹੁੰਦੇ ਹਨ। ਇੱਕ ਕਣ ਅਨਿਯੰਤਰਿਤ ਗੈਸ ਦੇ ਰੂਪ ਦੇ ਵਿੱਚ ਹੁੰਦੇ ਨੇ, ਅਤੇ ਫਿਲਾਮੈਂਟ ਟਿਊਬ ਜਿਹੜੀ ਫਲੋਰੋਸੈਂਟ ਟਿਊਬ, ਨਿਓਨ ਟਿਊਬ ਜਿਹੜੀ ਹੁੰਦੀ ਹੈ, ਉਹਦੇ ਵਿੱਚ ਪਲਾਜ਼ਮਾ ਹੁੰਦਾ। ਸਿੰਪਲ ਇਹ ਯਾਦ ਕਰ ਲਓ, ਜਿਹੜੇ ਸਾਡੇ ਬੋਡੀ ਦੇ ਉੱਪਰ ਲਾਈਟ ਪੈ ਰਹੀ ਹੈ ਨਾ, ਜਿਹੜੇ ਬਲਬ ਦੇ ਵਿੱਚ, ਉਹਦੇ ਵਿੱਚ ਜਿਹੜੀ ਗੈਸ ਫਲੋਰੋਸੈਂਟ ਗੈਸ ਹੈ, ਜਿਹੜੀ ਆਰਗਨ ਗੈਸ ਹੈ, ਇਹਦੇ ਵਿੱਚ ਜਿਹੜੀ ਇਹਨਾਂ ਦੇ ਜਿਹੜੇ ਕਣਾਂ ਨੂੰ ਆਪਾਂ ਹੀਟ ਦਿੰਦੇ ਹਾਂ, ਤਾਂ ਇਹ ਆਇਨ ਦੇ ਵਿੱਚ ਚੇਂਜ ਹੁੰਦੇ, ਇਹ ਸਾਨੂੰ ਇੱਕ ਲਾਈਟ ਦਿੰਦੇ ਆ, ਜਿਸ ਨੂੰ ਆਪਾਂ ਪਲਾਜ਼ਮਾ ਫਾਰਮ ਦੇ ਵਿੱਚ ਸਾਨੂੰ ਮਿਲਦੀ ਹੈ ਜਿਹੜੀ ਹੀਟ। ਠੀਕ ਹੈ ਜੀ, ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਹੈ। ਇੱਕ ਸਟੇਜ ਹੋਰ ਹੈ, ਜਿਵੇਂ ਆਪਾਂ ਬਹੁਤ ਜ਼ਿਆਦਾ ਗਰਮ ਕੀਤਾ ਸੀ ਆਇਨਸ ਨੂੰ, ਐਵੇਂ ਆਪਾਂ ਆਇਨਸ ਨੂੰ ਆਪਾਂ ਕੀ ਕਰ ਦਈਏ, ਐਟਮਸ ਦੇ ਆਇਨਸ ਨੂੰ ਠੰਡਾ ਕਰ ਦਈਏ, ਤਾਂ ਵੀ ਕੀ ਹੋ ਜਾਂਦਾ ਜੀ, ਉਹ ਬੋਸ ਆਇਨਸਟਾਈਨ ਕੰਡੈਂਸੇਟ। ਮੈਂ ਦੱਸਿਆ ਸੀ ਨਾ, ਕੰਡੈਂਸੇਟ ਕੀ ਹੁੰਦਾ, ਜਦੋਂ ਗੈਸ ਨੂੰ ਆਪਾਂ ਠੰਡਾ ਕਰਦੇ ਹਾਂ ਤਾਂ ਲਿਕੁਇਡ ਬਣ ਜਾਂਦੀ ਹੈ। ਉਸੇ ਚੀਜ਼ ਨੂੰ ਹੋਰ ਠੰਡਾ ਕਰ ਦਿਓ ਤਾਂ ਉਹ ਕੀ ਹੋ ਜਾਏਗਾ, ਫਿਰ ਆਇਨਸ ਦੇ ਵਿੱਚ ਚੇਂਜ ਹੋ ਜਾਊਗਾ। ਸਾਨੂੰ ਉੱਥੋਂ ਵੀ ਕੀ ਮਿਲ ਸਕਦੀ ਹੈ, ਸਾਨੂੰ ਉੱਥੋਂ ਵੀ ਇੱਕ ਨਵੀਂ ਸਟੇਜ ਮਿਲਦੀ ਹੈ, ਉਹ ਸੀਗੀ ਬੋਸ ਆਇਨਸਟਾਈਨ। ਇਹ ਜਗਦੀਸ਼ ਜਿਹੜੇ SN ਬੋਸ ਨਾਮ ਦਾ ਪਰਸਨ ਸੀਗਾ, ਇਹ ਇੰਡੀਆ ਦਾ ਸੀਗਾ, ਇਹਨੇ ਥਿਊਰੀ ਦਿੱਤੀ ਸੀ ਬੋਸ ਦੀ, ਅਤੇ ਇਸ ਨੂੰ ਪ੍ਰੈਕਟੀਕਲ ਐਗਜ਼ਾਮਪਲ ਕਰਕੇ ਦਿੱਤਾ ਸੀ ਐਲਬਰਟ ਆਇਨਸਟਾਈਨ ਨੂੰ। ਤਾਂ ਇਹ ਜਿਹੜੀ ਸਟੇਜ, ਜਿਹੜੀ 5ਵੀਂ ਸਟੇਜ ਹੈ, ਇਹ ਦੋਨੇ ਸਾਇੰਟਿਸਟ ਦੀ ਧਾਰਨਾ ਨੂੰ ਮਿਲਾ ਕੇ ਇਕੱਠਾ ਕਰਕੇ ਇਹਨਾਂ ਨੇ 5ਵੀਂ ਸਟੇਜ ਦੀ ਖੋਜ ਕੀਤੀ ਹੈ। ਪਰ ਇਹ ਪੇਪਰ ਦੇ ਵਿੱਚ ਤੁਹਾਨੂੰ ਆ ਵੀ ਸਕਦੀ ਹੈ, ਪੇਪਰ ਦੇ ਵਿੱਚ ਨਹੀਂ ਵੀ ਆ ਸਕਦੀ। ਪਰ ਇਹ ਜਿਹੜੀ 5ਵੀਂ ਸਟੇਜ ਹੈ, ਇਹਨੂੰ ਆਪਾਂ ਬੋਸ ਆਇਨਸਟਾਈਨ ਸਟੇਜ ਕਹਿੰਦੇ ਹਾਂ। 1920 ਦੇ ਵਿੱਚ ਭਾਰਤੀ ਵਿਗਿਆਨਿਕ ਸਤਿੰਦਰ ਨਾਥ ਬੋਸ ਦੀ ਦਿੱਤੀ ਹੋਈ ਇੱਕ ਅਵਸਥਾ ਸੀਗੀ, ਜਿਹਨੇ 5ਵੀਂ ਅਵਸਥਾ ਦੀ ਇੱਕ ਕਲਪਨਾ ਕੀਤੀ ਸੀ ਵੀ ਐਵੇਂ ਵੀ ਹੋ ਸਕਦਾ ਹੈ। ਠੀਕ ਹੈ ਜੀ। ਅਤੇ ਇਸ ਕਲਪਨਾ ਨੂੰ ਪ੍ਰਯੋਗ ਦੇ ਵਿੱਚ ਕੌਣ ਲੈ ਕੇ ਆਇਆ ਸੀਗਾ, ਐਲਬਰਟ ਆਇਨਸਟਾਈਨ, ਜਿਹਦਾ ਟਾਈਮ ਪੀਰੀਅਡ ਇਹ ਲਿਖਿਆ ਹੋਇਆ ਹੈ, ਅਤੇ ਇਹ ਤੁਸੀਂ ਯਾਦ ਰੱਖਣਾ ਹੈ।
आई होप कि ਤੁਹਾਨੂੰ ਲਗਭਗ ਸਾਰੇ ਮੈਂ ਚੀਜ਼ਾਂ ਕਰਵਾਤੀਆਂ ਨੇ। ਇਸ ਤੋਂ ਬਾਅਦ ਪ੍ਰਸ਼ਨ ਆ ਚੁੱਕੇ ਨੇ ਤੇ ਇਸ ਤੋਂ ਬਾਅਦ ਦੇਖੋ ਜੀ ਸਾਰੀ ਚੀਜ਼ਾਂ ਮੈਂ ਆ ਤਾਂ ਮੈਂ ਤੁਹਾਨੂੰ ਸਾਰੀ ਚੀਜ਼ਾਂ ਕਰਵਾਈ ਚੁੱਕਿਆ, ਤਾਂ ਇਹ ਤੁਸੀਂ ਆਪੇ ਪੜ੍ਹ ਲੈਣਾ ਥੋੜ੍ਹਾ ਜਿਹਾ। ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਜੇ ਮੇਰੇ ਚੈਨਲ ਨੂੰ, ਤਾਂ ਕਿ ਹੋਰ ਆਪਾਂ ਜਿਹੜੀ ਵੀਡੀਓਜ਼ ਨੇ ਇਸ ਤੋਂ ਰਿਲੇਟਡ ਆਪਾਂ ਕਿਸੇ ਵੀ ਬੁੱਕ ਦੇ ਵਿੱਚ ਹੁਣ ਤੁਸੀਂ ਪੜ੍ਹ ਲਓਗੇ ਤੁਹਾਨੂੰ ਸਾਰੀ ਚੀਜ਼ਾਂ ਸਮਝ ਆ ਜਾਣਗੀਆਂ। ਤਾਂ ਬਕਾਇਦਾ ਇਸ ਜਿਹੜੀ ਇਹ ਬੁੱਕ ਹੈ ਇਸ ਦੀ ਜਿਹੜੀ PDF ਹੈ ਤੁਹਾਨੂੰ ਲੈਣੀ ਹੈ ਤਾਂ ਤੁਸੀਂ WhatsApp ਗਰੁੱਪ ਦੇ ਵਿੱਚ ਜੁੜ ਜਾਓ, ਉੱਥੇ ਮੈਨੂੰ ਮੈਸੇਜ ਕਰ ਦਿਆ ਜੇ, ਉੱਥੇ ਮੈਂ ਤੁਹਾਨੂੰ ਆਹ ਜਿਹੜੀ PDF ਹੈ ਸੈਂਡ ਕਰ ਦੂੰਗਾ। ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ।